ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਉੱਗੇ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਵਿੱਚ ਚਲਾ ਗਿਆ। ਲੰਬੇ ਸਮੇਂ ਤੋਂ ਭਾਜਪਾ ਤੋਂ ਜਦੋਂ ਪਿੱਛੇ ਹਟਿਆ ਸੀ ਤੇ ਉਸ ਤੋਂ ਬਾਅਦ ਲੱਗਦਾ ਸੀ ਕਿ ਕਿਹੜੇ ਪਾਸੇ ਜਾਣਾ। ਕਦੀ ਆਮ ਆਦਮੀ ਪਾਰਟੀ ਦੇ ਚਰਚੇ ਸੀ, ਪਰ ਹੁਣ ਤਾਂ ਸਾਫ਼ ਹੀ ਹੋ ਗਿਆ। ਕਿਵੇਂ ਦੇਖਦੇ ਆ ਕਹਾਣੀ ਨੂੰ? ਪਤਾ ਨਹੀਂ, ਮੇਰੇ ਵਾਸਤੇ ਉਹਦਾ ਉਸ ਪਾਸੇ ਜਾਣਾ ਵਾਹਵਾ ਹੈਰਾਨੀ ਵਾਲੀ ਗੱਲ ਹੈ ਜੀ। ਅਨਿਲ ਜੋਸ਼ੀ ਲੋਕਾਂ ਵਾਸਤੇ ਸਾਬਕਾ MLA ਹੋਵੇਗਾ, ਸਾਬਕਾ ਮੰਤਰੀ ਹੋਵੇਗਾ। ਮੈਂ ਇਸ ਮੁੰਡੇ ਨੂੰ ਉਦੋਂ ਦਾ ਜਾਣਦਾ ਜਦੋਂ ਇਹ ਸਕੂਲ ਪੜ੍ਹਦਾ ਸੀ। ਮੈਂ ਇਹਦੇ ਪਰਿਵਾਰ ਨੂੰ ਵੀ ਜਾਣਦਾ। ਤਰਨਤਾਰਨ ਦੇ ਲੋਕਾਂ 'ਚੋਂ ਕਿਸੇ ਨੂੰ ਵੀ ਇਹ ਆਸ ਨਹੀਂ ਸੀ ਕਿ ਇਹ ਬੰਦਾ ਅਕਾਲੀ ਦਲ ਚਲ ਜਾਏਗਾ। ਉਹਦੀ ਰਾਜਨੀਤੀ ਹੈ, ਚਲਾ ਗਿਆ, ਇਹ ਉਹਦੀ ਮਰਜ਼ੀ ਹੈ, ਜਾਵੇ ਨਾ ਜਾਵੇ। ਉਹ ਨਾ ਜਾਂਦਾ ਤਾਂ ਵੀ ਕੋਈ ਨਹੀਂ, ਉਹ ਚਲਾ ਗਿਆ, ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜਾ ਹੁਣ ਤੱਕ ਦਾ ਉਹਦਾ ਸਟੈਂਡ ਸੀ, ਉਹਨੂੰ ਸਾਰਿਆਂ ਨੂੰ ਛੱਡ ਕੇ ਉੱਥੇ ਚਲਾ ਗਿਆ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵੇਲੇ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਤੇਜ਼ੀ ਨਾਲ ਵਗ ਰਿਹਾ ਜੀ। ਜਿਹੜੇ ਬੰਦੇ ਬਾਦਲ ਬਾਪ ਬੇਟੇ ਨੂੰ ਬਹੁਤ ਪੁੱਠਾ ਸਿੱਧਾ ਗੰਦਮੰਦ ਵਗਦੇ ਰਹੇ, ਉਹ ਕਹਿੰਦਾ ਕੋਈ ਨਹੀਂ, ਲਸ਼ਕਰ ਭਾਰਾ ਕਰਨਾ ਚਾਹੀਦਾ। ਉਹਨਾਂ ਨੂੰ ਵੀ ਜਾ ਕੇ ਮਨਾ ਕੇ ਆਪਣੇ ਨਾਲ ਤੋਰੀ ਜਾਂਦਾ। ਕਾਂਗਰਸ ਪਾਰਟੀ ਦੇ ਆਪਣੇ ਟੱਬਰ 'ਚ ਪਿੱਟਣਾ ਪਿਆ। ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਤੈਅ ਨਹੀਂ ਪੈਂਦੀ। ਆਮ ਆਦਮੀ ਪਾਰਟੀ ਹਰ ਗੱਲ ਤੇ ਕੇਜਰੀਵਾਲ ਦੇ ਦਰਬਾਰ ਵੱਲ ਵੇਖੀ ਜਾਂਦੀ ਹੈ। ਹੇਠਾਂ ਉਹਨਾਂ ਦੇ ਪੱਖ ਵਿੱਚ ਅੰਡਰਕਰੰਟ ਜਿਹੜਾ ਲੋਕੀ ਦੱਸਦੇ ਆ, ਪਰ ਪਾਰਟੀ ਕੁਝ ਕਰ ਨਹੀਂ ਰਹੀ। ਭਾਜਪਾ ਦੇ ਲੀਡਰ ਡਰਦੇ ਪਿੰਡਾਂ 'ਚ ਨਹੀਂ ਜਾਂਦੇ ਕਿ ਜਿੱਥੇ ਗਏ ਭਾਵੇਂ ਕਿਤੇ ਮੱਥਾ ਟੇਕਣਗੇ, ਉੱਥੇ ਵੀ ਕਿਸਾਨਾਂ ਨੇ ਘੇਰ ਲੈਣਾ। ਸੁਖਬੀਰ ਸਿੰਘ ਬਾਦਲ ਇਕੱਲਾ ਜਿਹੜਾ ਇਸ ਵੇਲੇ ਤੁਰਿਆ ਫਿਰਦਾ। ਕਿਸਾਨ ਘੇਰਦੇ ਵੀ ਆ ਜੀ। ਜਿੱਥੇ ਘੇਰਦੇ ਆ, ਜੇ ਉਹ ਸਵਾਲਾਂ ਦੇ ਨਾਲ ਠਿੱਠ ਕਰ ਦੇਣ ਤੇ ਇਹਦੀ ਟੀਮ ਇਹੋ ਜਿਹੀ ਹੈ ਕਿ ਉਲਟੀ ਖਬਰ ਬਣਾ ਕੇ ਪੇਸ਼ ਕਰ ਦਿੰਦੇ ਆ, ਪ੍ਰੈਸ ਵਿੱਚ ਵੀ ਕਰਵਾ ਦਿੰਦੇ ਆ ਕਿ ਕਿਸਾਨਾਂ ਨੇ ਸਵਾਲ ਪੁੱਛਿਆ, ਸੁਖਬੀਰ ਸਿੰਘ ਬਾਦਲ ਨੇ ਠਾ ਜਵਾਬ ਦਿੱਤੇ। ਵੀ ਬੰਦੇ ਦਾ ਕੰਮ ਤੇ ਫਿਰ ਬੋਲਦਾ ਕਿ ਸਾਰਾ ਕੁਝ ਨੈਗੇਟਿਵ ਹੋਏ ਉਹਨੂੰ ਵੀ ਪੋਜ਼ੀਟਿਵ ਕਰੀ ਜਾਂਦਾ। ਇੱਕ ਦਿਨ 'ਚ ਦੋ ਤਿੰਨ ਬੰਦੇ ਤੋੜ ਕੇ ਆਪਣੀ ਪਾਰਟੀ ਨਾਲ ਜੋੜ ਰਿਹਾ। ਕੱਲ੍ਹ ਵੀ ਇੱਕੋ ਦਿਨ ਸਾਬਕਾ MLA ਫਿਰੋਜ਼ਪੁਰ ਵਾਲਾ ਸੁਖਪਾਲ ਸਿੰਘ ਨੰਨੂ ਤੋੜ ਕੇ ਉੱਧਰੋਂ ਭਾਜਪਾ ਤੋਂ ਤੇ ਆਪਣੇ ਨਾਲ ਜੋੜ ਲਿਆ, ਤੇ ਨਾਲ ਹੀ ਉਹਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਕਰਤਾ। ਅਨਿਲ ਜੋਸ਼ੀ ਨੂੰ ਭਾਜਪਾ ਨਾਲ ਤੋੜਿਆ, ਆਪਣੇ ਨਾਲ ਜੋੜਿਆ, ਨਾਲ ਹੀ ਅੰਮ੍ਰਿਤਸਰ ਨਾਰਥ ਹਲਕੇ ਤੋਂ ਉਹਨੂੰ ਅਨਾਊਂਸ ਕਰਤਾ। ਰਾਜਕੁਮਾਰ ਗੁਪਤੇ ਨੂੰ ਉੱਧਰੋਂ ਤੋੜਿਆ, ਆਪਣੇ ਨਾਲ ਜੋੜਿਆ, ਤੇ ਪਠਾਨਕੋਟ ਦੇ ਜਿਹੜਾ ਜ਼ਿਲ੍ਹੇ ਦਾ ਸੁਜਾਨਪੁਰ ਹਲਕਾ, ਉੱਥੋਂ ਉਹਨੂੰ ਕੈਂਡੀਡੇਟ ਬਣਾਤਾ ਜੀ। ਹਾਲਾਂਕਿ ਅਕਾਲੀਆਂ ਦੀ ਤੇ ਬਹੁਜਨ ਸਮਾਜ ਪਾਰਟੀ ਦੀ ਵੰਡ 'ਚ ਸੁਜਾਨਪੁਰ ਦਾ ਹਲਕਾ BSP ਨੂੰ ਮਿਲਿਆ ਸੀ। ਉਹਨਾਂ ਨੂੰ ਆਖਿਆ ਤੁਸੀਂ ਚਿੰਤਾ ਨਾ ਕਰੋ, ਸਾਡਾ ਕੰਮ ਤੁਹਾਨੂੰ ਕਰਨ ਦਿਓ, ਤੁਹਾਨੂੰ ਕੋਈ ਹੋਰ ਹਲਕਾ ਦੇ ਦਾਂਗੇ, ਤੁਹਾਡੀ ਮਰਜ਼ੀ ਦਾ ਦੇ ਦਾਂਗੇ। ਉਹ ਵੀ ਕਰਤਾ। ਬੀਬੀ ਸੁਖਜੀਤ ਕੌਰ ਸਾਹੀ ਜਿਹੜੀ ਆ ਇੱਧਰੋਂ ਹੁਸ਼ਿਆਰਪੁਰ 'ਚੋਂ, ਉਹਨੂੰ ਆਪਣੇ ਨਾਲ ਜੋੜ ਲਿਆ, ਅਹੁਦਾ ਦੇ ਦਿੱਤਾ, ਉਹਨੂੰ ਮੀਤ ਪ੍ਰਧਾਨ ਬਣਾ ਦਿੱਤਾ। ਫਟਾਫਟ ਕਰ ਰਿਹਾ। ਹੁਣ ਗੱਲ ਇਹ ਨਹੀਂ ਕਿ ਸੁਖਬੀਰ ਸਿੰਘ ਬਾਦਲ ਕੀ ਕਰਦਾ, ਉਹ ਤੇ ਜੋ ਕਿਸੇ ਤਿੱਖੇ ਸਿਆਸੀ ਲੀਡਰ ਨੂੰ ਕਰਨਾ ਚਾਹੀਦਾ। ਇਸ ਵੇਲੇ ਉਹਦੇ ਨਾਲ ਟੀਮ ਕੋਈ ਇੱਦਾਂ ਦੀ ਜੁੜੀ ਜਾਪਦੀ ਆ, ਬੜੀ ਤੇਜ਼ੀ ਨਾਲ ਕਰਦਾ ਜੀ। ਸਵਾਲ ਇਹ ਹੈ ਕਿ ਅਨਿਲ ਜੋਸ਼ੀ ਨੇ ਕੀ ਕੀਤਾ। ਉਹ ਕਹਿੰਦਾ ਜੀ ਮੈਂ ਪਾਰਟੀ 'ਚ ਇੰਨਾ ਸਮਾਂ ਲਾਇਆ, ਮੇਰੇ ਪਰਿਵਾਰ ਨੇ ਵੀ ਲਾਇਆ, ਪਾਰਟੀ ਨੂੰ ਮੈਂ ਆਖਿਆ ਕਿਸਾਨਾਂ ਦੀ ਗੱਲ ਸੁਣੋ, ਮੇਰੀ ਗੱਲ ਨਹੀਂ ਸੁਣੀ। ਇਹ ਡੈਮੋਕ੍ਰੇਸੀ ਕਾਹਦੀ ਹੈ ਜੇ ਪਾਰਟੀ ਮੇਰੀ ਗੱਲ ਨਹੀਂ ਸੁਣਦੀ। ਕੋਈ ਗੱਲ ਨਹੀਂ, ਅਕਾਲੀ ਦਲ ਚਲਾ ਗਿਆ, ਉੱਥੇ ਭਾਜਪਾ ਨਾਲੋਂ ਜ਼ਿਆਦਾ ਡੈਮੋਕ੍ਰੇਸੀ ਹੈ। ਇਹ ਇਕੱਲੀ ਪਾਰਟੀ ਹੈ ਜਿਹਦੇ 'ਚ ਕਿਹਨੂੰ ਕਿੱਥੋਂ ਉਮੀਦਵਾਰ ਬਣਾਉਣਾ, ਕੋਈ ਮੀਟਿੰਗ ਕਰਨ ਦੀ ਲੋੜ ਨਹੀਂ, ਨਾ ਵਰਕਿੰਗ ਕਮੇਟੀ ਦੀ, ਨਾ ਕੋਰ ਕਮੇਟੀ ਦੀ, ਨਾ ਅਹੁਦੇਦਾਰਾਂ ਦੀ। ਪ੍ਰਧਾਨ ਜਿੱਥੇ ਮਰਜ਼ੀ ਜਾਵੇ, ਆਖੇ ਚੱਲ ਤੈਨੂੰ ਫਲਾਣੇ ਥਾਂ ਉਮੀਦਵਾਰ ਬਣਾਤਾ, ਤੇ ਉਹ ਬਣ ਜਾਂਦਾ। ਜਿਹੜਾ ਆਖੇ ਮੈਨੂੰ ਮਨਜ਼ੂਰ ਨਹੀਂ, ਉਹਨੂੰ ਦੂਸਰੀ ਵਾਰੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਦਾ, ਪਾਰਟੀ ਤੋਂ ਬਾਹਰ ਹੋ ਜਾਂਦਾ ਜੀ। ਇੰਨੀ ਡੈਮੋਕ੍ਰੇਟਿਕ ਪਾਰਟੀ ਹੈ। ਚਲੋ ਤਾਂ ਵੀ ਠੀਕ ਹੈ, ਘੱਟੋ ਘੱਟ ਗੁੰਦਵੀਂ ਪਾਰਟੀ ਹੈ, ਕੋਈ ਇਨਡਿਸਿਪਲਿਨ ਤਾਂ ਨਹੀਂ ਹੁੰਦਾ। ਜਿੱਥੇ ਕੋਈ ਇਨਡਿਸਿਪਲਿਨ ਵਿਖਾਊ, ਪ੍ਰਧਾਨ ਦੇ ਸਾਹਮਣੇ ਸਿਰ ਚੁੱਕੂ, ਆਪੇ ਬਾਹਰ ਕੱਢ ਦੇਣਗੇ ਜੀ। ਅੱਛਾ, ਅਨਿਲ ਜੋਸ਼ੀ ਉੱਥੇ ਚਲਾ ਗਿਆ। ਅਗਲਿਆਂ ਦਿਨਾਂ 'ਚ ਭਾਜਪਾ ਦੇ ਕੁਝ ਹੋਰ ਬੰਦੇ ਉੱਧਰ ਜਾਣ ਵਾਲੇ ਆ, ਤੇ ਇਕੱਲੇ ਭਾਜਪਾ ਦੇ ਨਹੀਂ, ਕਾਂਗਰਸ ਵਿੱਚੋਂ ਵੀ ਕੁਝ ਬੰਦੇ ਹੋਰ ਜਾ ਰਹੇ। ਔਰ ਜਿਹੜੇ ਜਾ ਰਹੇ ਨੇ, ਇੱਕ ਖਾਸ ਧੜੇ ਦੇ ਬੰਦੇ ਜਾ ਰਹੇ ਨੇ। ਚਰਚਾ ਇਹ ਆ ਕਿ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਵੀ ਗੱਲ ਹੋਈ ਆ ਕਿ ਤੁਹਾਡੇ ਪੱਲੇ ਤੇ ਹੈ ਨਹੀਂ ਕੱਖ ਵੀ ਜੀ। ਤੇ ਮੈਂ ਕੋਈ ਓਪਰਾ ਥੋੜ੍ਹਾ,
ਤੇ ਚੰਡੀਗੜ੍ਹ ਵੀ ਗੱਲ ਹੋਈ ਹੈ ਕਿ ਤੁਹਾਡੇ ਤੇ ਗੱਲ ਬਣਦੀ ਨਹੀਂ ਜਾਪਦੀ, ਮੇਰੇ ਪੱਲੇ ਕੁਛ ਪਾ ਦਿਓ। ਉਹ ਹੁਣ ਹੋਈ ਕਿ ਨਹੀਂ ਹੋਈ, ਜਦੋਂ ਇਹ ਚਰਚਾ ਚੱਲਦੀ ਹੈ ਨਾ ਤਾਂ ਭਾਜਪਾ ਵਾਲੇ ਇਸ ਚਰਚਾ ਨੂੰ ਰੱਦ ਕਰਦੇ ਆ ਤੇ ਨਾ ਚੰਡੀਗੜ੍ਹ 'ਚ ਜਿਨ੍ਹਾਂ ਵੱਲ ਇਸ਼ਾਰਾ ਹੁੰਦਾ ਉਹ ਹੀ ਰੱਦ ਕਰਦੇ ਆ। ਫਿਰ ਲੈ ਦੇ ਕੇ ਹੋਵੇਗਾ ਕੀ? ਅਨਿਲ ਜੋਸ਼ੀ ਗਿਆ, ਸੁਖਪਾਲ ਸਿੰਘ ਨੰਨੂ ਗਿਆ, ਫਲਾਨਾ ਗਿਆ, ਵਾਰੀ ਗਏ। ਉਹ ਜਿਹੜਾ ਪੁਰਾਣੇ ਦਰਵਾਜ਼ਿਆਂ ਦੇ ਤਖਤੇ ਹੁੰਦੇ ਨਾ, ਇੱਕ ਦੂਜੇ ਉੱਤੇ ਚੜ੍ਹਾ ਕੇ ਲਾਈ ਦੇ ਤੇ ਬੁਝਾਰਤ ਪਾਉਂਦੇ ਹੁੰਦੇ, ਤੂੰ ਚੱਲ ਮੈਂ ਆਇਆ ਜੀ, ਕਿਉਂਕਿ ਇੱਕ ਦੂਜੇ ਚੜ੍ਹ ਕੇ। ਹੁਣ ਤਾਂ ਭਾਜਪਾ ਦੇ ਅੰਦਰ ਤੂੰ ਚੱਲ ਮੈਂ ਆਇਆ ਉਹ ਖੇਡ ਚੱਲਦੀ ਪਈ ਆ। ਅਕਾਲੀ ਦਲ 'ਚ ਆ ਰਹੇ ਲੋਕ, ਉਹਨਾਂ 'ਚ ਜੀ ਅਨਿਲ ਜੋਸ਼ੀ ਵੀ ਆ ਗਿਆ। ਕੋਈ ਬਹੁਤ ਵੱਡੀ ਬਿਲਕੁਲ। ਖਾਸ ਘਟਨਾ ਨਹੀਂ ਹੋਈ। ਪੰਨ ਸਾਹਿਬ, ਇੱਕ ਚਰਚਾ ਹੋਰ ਬੜੀ ਸਿਖਰਾਂ ਤੇ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਦੂਸਰੇ ਪਾਸੇ ਕੁਲਬੀਰ ਸਿੰਘ ਜੀਰਾ ਤੇ ਇੱਕ ਪੱਟੀ ਵਾਲੇ ਹੋਰ ਵਿਧਾਇਕ, ਇਹ ਕੱਲ ਸਾਹਮਣੇ ਪੇਸ਼ ਹੋਏ ਹੈ ਧਿਆਨ ਸਿੰਘ ਮੰਡ ਦੇ। ਇਹ ਕੀ ਕਾਰਨ ਹੈ? ਦੇਖੋ, ਜਦੋਂ 2015 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਫਿਰ ਰੋਜ਼ਗਾਰ ਦੀ ਸੰਗਤ ਤੇ ਗੋਲੀ ਚੱਲੀ, ਬਹਿਬਲ ਕਲਾਂ ਤੇ ਕੋਟਕਪੂਰਾ ਦੇ ਗੋਲੀ ਕਾਂਡ ਹੋਏ। ਉਦੋਂ ਬਾਅਦ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਚੱਬੇ ਦੇ ਵਿੱਚ ਬਹੁਤ ਵੱਡਾ ਸਰਬੱਤ ਖਾਲਸਾ ਕੀਤਾ ਗਿਆ ਸੀ। ਸਰਕਾਰ 30,000 ਦਾ ਇਕੱਠ ਮੰਨਦੀ ਸੀ, ਜਿਨ੍ਹਾਂ ਇਕੱਠ ਕੀਤਾ ਉਹ 2.5 ਲੱਖ ਦਾ ਕਹਿੰਦੇ ਸੀ। ਨਿਰਪੱਖ ਅੰਦਾਜ਼ੇ ਸੀ ਕਿ 1 ਲੱਖ ਤੋਂ ਵੱਧ ਲੋਕ ਇਕੱਠੇ ਹੋ ਗਏ ਸੀ। ਉੱਥੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਮਤੇ ਪਾਸ ਕੀਤੇ, ਤਖਤਾਂ ਦੇ ਜਥੇਦਾਰਾਂ ਦੇ ਖਿਲਾਫ ਵੀ ਕੀਤੇ, ਬਰਾਬਰ ਦੇ ਜਥੇਦਾਰਾਂ ਦਾ ਸੈੱਟ ਪੇਸ਼ ਕਰ ਦਿੱਤਾ। ਉਰਦੂ 'ਚ ਬਰਾਬਰ ਦਿਆਂ ਨੂੰ ਮਤਵਾਜੀ ਕਹਿੰਦੇ, ਇਸ ਕਰਕੇ ਉਹਨੂੰ ਮਤਵਾਜੀ ਜਥੇਦਾਰ ਕਹਿ ਦਿੱਤਾ ਗਿਆ ਜੀ। ਮਤਵਾਜੀ ਕਾਰਕਾਰੀ ਜਥੇਦਾਰ ਜਿਹੜਾ ਧਿਆਨ ਸਿੰਘ ਮੰਡ ਨੂੰ ਬਣਾਤਾ। ਧਿਆਨ ਸਿੰਘ ਮੰਡ ਨੇ ਅਤੇ ਦੂਜਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੋਂ ਇੱਕ ਧਰਨਾ ਲਾਤਾ, ਆਖਿਆ ਜੀ ਬਰਗਾੜੀ ਦਾ ਇਨਸਾਫ ਲੈਣਾ। ਮੋਰਚਾ ਲੱਗ ਗਿਆ। ਉਸ ਮੋਰਚੇ 'ਚ ਬੜੇ ਉਤਾਰ ਚੜਾਏ। ਇੱਕ ਮੌਕਾ ਉਹ ਵੀ ਸੀ ਜਦੋਂ ਸੁਖਪਾਲ ਸਿੰਘ ਖਹਿਰੇ ਨੇ ਜਾ ਕੇ ਉਸ ਮੋਰਚੇ ਦੇ ਪੱਖ 'ਚ ਇਕੱਠ ਕੀਤਾ। ਉਸੇ ਦਿਨ 3 ਇਕੱਠ ਸੀ। ਲੰਬੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਤੇ ਉਹਦੀ ਭਾਜੀ ਮੋੜਨ ਵਾਸਤੇ ਪਟਿਆਲੇ 'ਚ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ। ਉਹ ਲੰਬੀ ਤੇ ਉਹ ਪਟਿਆਲੇ ਤੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੋਵਾਂ ਦੇ ਅੱਧ ਵਿਚਾਲੇ ਸਭ ਤੋਂ ਵੱਡਾ ਇਕੱਠ ਸੁਖਪਾਲ ਸਿੰਘ ਖਹਿਰੇ ਦਾ ਸੀ। ਬਾਅਦ ਸੁਖਪਾਲ ਸਿੰਘ ਖਹਿਰਾ ਅੱਜ ਉੱਥੇ ਜਾਵੇ ਤੇ ਪਤਾ ਨਹੀਂ 10,000 ਬੰਦੇ ਵੀ ਇਕੱਠੇ ਕਰ ਸਕੇ ਕਿ ਨਾ ਜੀ। ਉੱਥੇ ਉਸ ਮੋਰਚੇ ਚੱਲਦੇ 'ਚ ਇੱਕ ਦਿਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁਖੀ ਰੰਧਾਵਾ, ਇੱਕ ਕੁਲਬੀਰ ਸਿੰਘ ਜੀਰੇ ਵਾਲਾ MLA, ਹਰਮਿੰਦਰ ਸਿੰਘ ਪੱਟੀ ਵਾਲਾ, ਇਹ ਸਾਰੇ ਇਕੱਠੇ ਹੋ ਕੇ ਗਏ ਸੀ। ਇਹਨਾਂ ਜਾ ਕੇ ਆਖਿਆ ਜੀ ਮੁੱਖ ਮੰਤਰੀ ਨੇ ਵਾਅਦਾ ਕੀਤਾ ਇਨਸਾਫ ਦੇ ਦਿਆਂਗੇ, ਤੁਸੀਂ ਮੋਰਚਾ ਚੁੱਕ ਲਓ। ਉਹਨਾਂ ਆਪੋ ਸਲਾਹ ਕਰਕੇ ਮੋਰਚਾ ਚੁੱਕ ਲਿਆ। ਹੁਣ ਉਹਨਾਂ ਨੇ ਆਖਿਆ ਜੀ ਇਨਸਾਫ ਨਹੀਂ ਹੋਇਆ, ਤੁਸੀਂ ਇੱਥੇ ਆ ਕੇ ਸਾਨੂੰ ਸਪਸ਼ਟੀਕਰਨ ਦਿਓ, ਤੁਸੀਂ ਆ ਕੇ ਉੱਥੇ ਵਾਅਦਾ ਕਰਕੇ ਗਏ ਸੋ। ਉਹਨਾਂ ਨੇ ਪਹਿਲਾਂ ਤਾਂ ਇਹ ਚਿੱਠੀ ਲਿਖ ਦਿੱਤੀ ਕਿ ਅਸੀਂ ਕੋਈ ਵਾਅਦਾ ਨਹੀਂ ਕੀਤਾ, ਧਿਆਨ ਸਿੰਘ ਮੰਡ ਜੀ, ਤੁਸੀਂ ਵਿੱਚ ਵਿਚਾਲੇ ਕਰਕੇ ਕਿਸੇ ਬੰਦਿਆਂ ਦੇ ਰਹੇ, ਮੁੱਖ ਮੰਤਰੀ ਨੂੰ ਮਿਲਦੇ ਰਹੇ। ਮੁੱਖ ਮੰਤਰੀ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਸਿੱਧਾ ਉਹਨੇ ਆਪ ਆਉਣ ਦੀ ਥਾਂ ਸਾਨੂੰ ਘੱਲਤਾ ਸੀ। ਵਾਅਦਾ ਮੁੱਖ ਮੰਤਰੀ ਦਾ ਅਸੀਂ ਕਰੀਏ। ਫਿਰ ਉਹਨੇ ਦੁਬਾਰਾ ਸੱਦਿਆ, ਤੀਜੀ ਵਾਰ ਸੱਦਿਆ। ਇਹ ਕੱਲ੍ਹ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ 2 MLA ਹਰਮਿੰਦਰ ਸਿੰਘ ਪੱਟੀ ਵਾਲਾ ਤੇ ਕੁਲਬੀਰ ਸਿੰਘ ਜੀਰਾ ਇਹ ਉੱਥੇ ਗਏ ਤੇ ਜਾ ਕੇ ਇੱਕ ਚਿੱਠੀ ਦੇ ਆਇਆ ਜੀ, ਜੋ ਅਸੀਂ ਲਿਖਣਾ ਇਹ 'ਚ ਲਿਖਤਾ। ਉਹ ਚਿੱਠੀ ਦੇ ਬਾਰੇ ਕੀ ਕਰਨਾ, ਧਿਆਨ ਸਿੰਘ ਮੰਡ ਕਹਿੰਦਾ ਕਿ 30 ਤਰੀਕ ਨੂੰ ਦੱਸਾਂਗੇ। ਉਹ ਕੁਛ ਕਰੇ ਇਹਨਾਂ ਨੂੰ, ਭਾਵੇਂ ਤੇ ਉਹ ਤਨਖਾਹੀਆ ਕਰਾਰ ਦੇ ਦੇ, ਭਾਵੇਂ ਉਹ ਆਖੇ ਜੀ ਸਪਸ਼ਟੀਕਰਨ ਪ੍ਰਵਾਨ ਹੈ, ਹੁਣ ਅਸੀਂ ਮੁੱਖ ਮੰਤਰੀ ਨੂੰ ਸੱਦਾਂਗੇ, ਭਾਵੇਂ ਆਖੇ ਜੀ ਸਪਸ਼ਟੀਕਰਨ ਤੋਂ ਸਾਡੀ ਤਸੱਲੀ, ਅਦਾਲਤੀ ਕਾਰਵਾਈ, ਜੋ ਮਰਜ਼ੀ ਕਹਿ ਦੇਵੇ। ਪਰ ਜਿਹੜੀ ਗੱਲ ਇਹ 'ਚ ਨੋਟ ਕਰਨ ਵਾਲੀ ਹੋਏ ਕਿ ਧਿਆਨ ਸਿੰਘ ਮੰਡ ਨੂੰ ਮਤਵਾਜੀ ਜਥੇਦਾਰ ਦੇ ਤੌਰ 'ਤੇ ਨਾ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਤਾ ਦਿੱਤੀ ਹੈ, ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਕਮੇਟੀ ਹੈ ਜੀ, ਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਨਾ ਤਖਤ ਹਜ਼ੂਰ ਸਾਹਿਬ ਨੇ, ਨਾ ਤਖਤ ਪਟਨਾ ਸਾਹਿਬ ਨੇ, ਨਾ ਪੌਂਟਾ ਸਾਹਿਬ ਨੇ, ਕਿਸੇ ਨੇ ਮਾਨਤਾ ਨਹੀਂ ਦਿੱਤੀ। ਇਹ ਕੱਲ੍ਹ ਚਿੱਠੀ ਦੇ ਕੇ ਉਹਦੇ ਸਾਹਮਣੇ ਪੇਸ਼ੀ ਭਰ ਕੇ ਬਿਨਾਂ ਕਹੇ ਤੋਂ, ਬਿਨਾਂ ਲਿਖੇ ਤੋਂ ਇੱਕ ਉਹਨੂੰ ਰੈਕਗਨੀਸ਼ਨ, ਇੱਕ ਉਹਨੂੰ ਪ੍ਰਵਾਨਗੀ, ਇੱਕ ਉਹਨੂੰ ਮਾਨਤਾ ਦੇ ਆਏ ਆ ਕਿ ਸਾਡੀ ਨਜ਼ਰ ਵਿੱਚ ਕਾਰਜਕਾਰੀ ਜਥੇਦਾਰ ਤੂੰ ਆ। ਇੱਕ ਪਾਸੇ ਇਹ ਗੁਰੂ ਨਾਨਕ ਸਾਹਿਬ ਦੇ 550ਵੇਂ ਦਿਨ ਮਨਾਉਣ ਵਾਸਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਨਦੇ ਜੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਵਾਸਤੇ ਜਥੇਦਾਰ ਉਹਨੂੰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਨਦੇ। ਦੂਜੇ ਪਾਸੇ ਇਹਨੂੰ ਮਤਵਾਜੀ ਕਾਰਜਕਾਰੀ ਜਥੇਦਾਰ ਮੰਨ ਕੇ ਤੇ ਜਿਹੜੀ ਚਿੱਠੀ ਦੇ ਆਏ ਉਹਦੇ ਕੋਲ ਪੇਸ਼ੀ ਭਰ ਰਹੇ ਆ। ਇਹਦੇ ਨਾਲ ਇੱਕ ਨਵਾਂ ਵਿਵਾਦ ਵੀ ਛਿੜ ਸਕਦਾ ਜੀ। ਇਹ ਕੀ ਹੋਇਆ ਪੰਨ ਸਾਹਿਬ? ਇੱਕ ਵਿਵਾਦ ਅਫਗਾਨਿਸਤਾਨ ਵਿੱਚ ਵੀ ਹੈ। ਜਿਸ ਤਰ੍ਹਾਂ ਦੀ ਸਥਿਤੀ ਬਣਨੀ ਸੀ ਉਹ ਤਾਂ ਹੁਣ ਬਣ ਗਈ ਹੈ।
ਇੱਕ ਕਹਾਣੀ ਸੀ ਪਹਿਲਾਂ ਭਾਰਤ ਦਾ ਇੱਕ ਵਾਰ ਜਹਾਜ਼ ਉੱਥੋਂ ਅਗਵਾ ਹੋਇਆ ਸੀਗਾ, ਹੁਣ ਫਿਰ ਇਸ ਤਰ੍ਹਾਂ ਦੀ ਚਰਚਾ ਚੱਲਦੀ ਪਈ ਹੈ। ਉਹ ਕਹਾਣੀ ਪੂਰੀ ਕੀ ਸੀਗੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਲੱਗਦੇ, ਇਹ ਅਫਵਾਹਾਂ ਜਾਂ ਸੱਚੀ ਹੋ ਸਕਦਾ? ਦੇਖੋ, ਭਾਰਤ ਦੀ 에ਅਰ ਇੰਡੀਆ ਦੀ ਫਲਾਈਟ ਨੇਪਾਲ ਤੋਂ ਉੱਡੀ ਦਿੱਲੀ ਨੂੰ ਆਉਣੀ ਸੀ ਜੀ। ਫਲਾਈਟ AC 814, ਉਹਦੇ ਵਿੱਚ ਪੌਣੇ ਕੁ 200 ਪੈਸੰਜਰ ਸੀਗੇ। ਉਹ ਜਦੋਂ ਉੱਡ ਗਈ ਤੇ ਵਿੱਚੋਂ ਉੱਠ ਕੇ 5 ਜਣਿਆਂ ਨੇ ਆਖਿਆ ਕਿ ਜਹਾਜ਼ ਅਸੀਂ ਅਗਵਾ ਕਰ ਲਿਆ ਤੇ ਹੁਣ ਸਿੱਧਾ ਇਹਨੂੰ ਲਾਹੌਰ ਲੈ ਜਾਓ। ਲਾਹੌਰ ਗਏ, ਉਹਨਾਂ ਨੇ ਉਤਰ ਨਹੀਂ ਦਿੱਤਾ। ਉਹਨੇ ਫਿਰ ਕੈਪਟਨ ਨੇ ਆਖਿਆ ਜੀ ਸਾਡੇ ਕੋਲ ਤੇਲ ਥੋੜ੍ਹਾ, ਉਹ ਨਹੀਂ ਮੰਨੇ। ਨੇੜਲਾ ਹਵਾਈ ਅੱਡਾ ਅੰਮ੍ਰਿਤਸਰ ਸੀ, ਇੱਥੇ ਲੈਣ ਦਾ। ਅੰਮ੍ਰਿਤਸਰ ਵਿੱਚ ਪੁਲਿਸ ਦੀ ਕੋਸ਼ਿਸ਼ ਸੀਗੀ ਤੇ ਏਜੰਸੀਆਂ ਦੀ ਕਿ ਡਿਲੇ ਕੀਤੀ ਜਾਵੇ, ਕੋਈ ਰਸਤਾ ਰੋਕਿਆ ਜਾਵੇ, ਇਹਦੇ ਅੱਗੇ ਟੈਂਕਰ ਖੜਾ ਕੀਤਾ ਜਾਵੇ। ਉਹਨਾਂ ਨੇ ਅੰਦਰੋਂ ਆਖਿਆ ਜੀ ਅਸੀਂ ਤੇ ਬੰਦੇ ਮਾਰਨੇ ਸ਼ੁਰੂ ਕਰਤੇ ਆ। ਕੈਪਟਨ ਨੇ ਵੀ ਆਖਿਆ ਜੀ ਅਸੀਂ ਤੇ ਮਰਨ ਲੱਗੇ। ਉਹ ਫਿਰ ਧੱਕੋ ਧੱਕੀ ਉਡਾ ਕੇ ਲੈ ਗਏ। ਲਾਹੌਰ ਜਾ ਕੇ ਆਖਿਆ ਜੀ ਅਸੀਂ ਉਤਰਨ ਲੱਗੇ। ਕਹਿੰਦੀ ਇਸ ਤੋਂ ਬਾਅਦ ਦੁਬਈ ਜਾ ਕੇ ਉਤਰਿਆ। ਦੁਬਈ ਤੋਂ ਉਹਨਾਂ ਨੇ ਤੇਲ ਲਿਆ, ਦਵਾਈਆਂ ਮੰਗੀਆਂ। ਉਹਨਾਂ ਨੇ ਆਖਿਆ ਪਹਿਲਾਂ ਔਰਤਾਂ ਤੇ ਬੱਚੇ ਛੱਡੋ। ਇਹਨਾਂ ਕੁਝ ਔਰਤਾਂ ਤੇ ਕੁਝ ਬੱਚੇ ਛੱਡ ਦਿੱਤੇ, ਥੋੜ੍ਹੇ ਜਿਹੇ। ਫਿਰ ਉੱਥੋਂ ਉੱਡੇ ਤੇ ਅਫਗਾਨਿਸਤਾਨ 'ਚ ਉਦੋਂ ਤਾਲਿਬਾਨ ਦਾ ਰਾਜ ਸੀ ਤੇ ਕੰਧਾਰ ਦੇ ਹਵਾਈ ਅੱਡੇ ਤੇ ਜਾ ਕੇ ਉਤਰ ਗਏ। 24 ਤਰੀਕ ਦਾ ਜਹਾਜ਼ ਦਸੰਬਰ ਦੀ 24 ਦਾ ਅਗਵਾ ਹੋਇਆ ਤੇ 31 ਨੂੰ ਜਾ ਕੇ ਰਿਹਾ ਹੁੰਦਾ। ਇਹਦੇ ਬਦਲੇ ਉਹਨਾਂ ਨੇ ਇਹ ਕਹਿ ਕੇ ਜਾਂ ਤੁਹਾਡੇ ਪੌਣੇ 200 ਪੈਸੰਜਰ ਮਾਰ ਦੇਣੇ, ਇੰਨੇ ਮੁਸਾਫਰ ਮਾਰ ਦੇਣੇ ਆ, ਜਾਂ ਸਾਡੇ ਬੰਦੇ ਇੰਨੇ ਰਿਹਾ ਕਰੋ। ਜੀ। ਨਾਲ ਉਹਨਾਂ ਨੇ ਕਾਫੀ ਵੱਡੀ ਰਕਮ ਵੀ ਮੰਗੀ ਸੀ। ਰਕਮ ਦੇ ਉੱਤੇ ਬਾਅਦ 'ਚ ਸਮਝੌਤਾ ਹੋ ਗਿਆ ਕਿ ਨਹੀਂ ਤੁਸੀਂ ਮੰਗੋਗੇ। ਬੰਦੇ ਸਨ ਕਸ਼ਮੀਰ ਦੀਆਂ ਜੇਲ੍ਹਾਂ 'ਚ, ਜੰਮੂ ਕਸ਼ਮੀਰ ਦੀਆਂ ਜੇਲ੍ਹਾਂ 'ਚ ਉਹ ਬੰਦੇ ਲਿਆ ਕੇ ਭਾਰਤ ਦਾ ਉਸ ਵਕਤ ਦਾ ਵਿਦੇਸ਼ ਮੰਤਰੀ ਜਸਵੰਤ ਸਿੰਘ, ਭਾਰਤ ਦੀ ਉਦੋਂ ਦੀ ਸਰਕਾਰ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ, ਇਹਨਾਂ ਦੀ ਮਨਜ਼ੂਰੀ ਨਾਲ ਆਪ ਕੰਧਾਰ ਲੈ ਕੇ ਗਿਆ ਔਰ ਉਹ ਬੰਦੇ ਉੱਥੇ ਜਾ ਕੇ ਛੱਡ ਕੇ ਉਹਦੇ ਬਦਲੇ ਜਹਾਜ਼ ਛਡਾ ਕੇ ਲਿਆ। ਉਹ ਬੰਦੇ ਬਾਅਦ ਵਿੱਚ ਪਾਕਿਸਤਾਨ 'ਚ ਜਾ ਕੇ ਇੱਕ ਜਣਾ ਲਸ਼ਕਰ ਤੋਇਬਾ ਦਾ ਇੱਕ ਕਿਸੇ ਹੋਰ ਦਾ ਮੁਖੀ ਵੀ ਬਣੇ। ਅੱਜ ਤੱਕ ਭਾਰਤ ਦੇ ਖਿਲਾਫ ਖੁੱਲ੍ਹੇ ਤੌਰ 'ਤੇ ਅੱਤਵਾਦੀ ਸਰਗਰਮੀ ਚਲਾ ਰਹੇ ਨੇ। ਹੁਣ ਇਹਦੇ ਕਈ ਪੱਖ ਨੇ। ਪਹਿਲਾ ਪੱਖ ਤਾਂ ਇਹ ਆ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਜੇ ਨੇਪਾਲ ਵਿੱਚ ਨਹੀਂ ਸੀ ਚੈੱਕ ਕਰ ਸਕਦੀਆਂ ਤੇ ਬਾਅਦ ਵਿੱਚ ਇਹਨਾਂ ਦਾ ਕਿਹੜਾ ਤਾਲਮੇਲ ਸੀ। ਪ੍ਰਧਾਨ ਮੰਤਰੀ ਉਸ ਦਿਨ ਉਸੇ ਪਾਸਿਓਂ ਆ ਰਿਹਾ ਸੀ ਫਲਾਈਟ 'ਤੇ, ਰੂਟ ਸੇਮ ਸੀ। ਨੇਪਾਲ ਤੋਂ ਉੱਡਣ ਤੋਂ ਬਾਅਦ ਜਿੱਧਰੋਂ ਪ੍ਰਧਾਨ ਮੰਤਰੀ ਦਾ ਜਹਾਜ਼ ਆ ਰਿਹਾ ਸੀ, ਦੋਵੇਂ ਅੱਗੋਂ ਇੱਕੋ ਰੂਟ 'ਤੇ ਆ ਜਾਂਦੇ ਸੀ। ਪ੍ਰਧਾਨ ਮੰਤਰੀ ਦੇ ਜਹਾਜ਼ ਬਾਰੇ ਪ੍ਰੋਟੋਕੋਲ ਹੁੰਦਾ ਕਿ ਉਹ ਤੋਂ ਸ਼ਾਇਦ 100 ਜਾਂ 150 ਕਿਲੋਮੀਟਰ ਦੇ ਫਾਸਲੇ ਤੱਕ ਕੋਈ ਦੂਜਾ ਜਹਾਜ਼ ਨਹੀਂ ਚਾਹੀਦਾ। ਉਹ ਜਹਾਜ਼ ਪ੍ਰੋਟੋਕੋਲ ਤੋੜ ਕੇ 1.5 ਘੰਟੇ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਵਾਜਪਾਈ ਦੇ ਜਹਾਜ਼ ਤੋਂ ਬਸ 20-25 ਕਿਲੋਮੀਟਰ ਦੇ ਫਾਸਲੇ 'ਤੇ ਨਾਲ ਨਾਲ ਉੱਡਦਾ ਆਇਆ, ਕਿਸੇ ਨੂੰ ਪਤਾ ਨਹੀਂ। 4:40 ਦੀ ਫਲਾਈਟ ਜਿਹੜੀ ਉਹ ਅਗਵਾ ਹੋਈ ਦੱਸਦੇ। ਤੇ ਲਾਲ ਕ੍ਰਿਸ਼ਨ ਅਡਵਾਨੀ ਉਸ ਵਕਤ ਡਿਪਟੀ ਪ੍ਰਧਾਨ ਮੰਤਰੀ ਸੀ, ਨਾਲੇ ਹੋਮ ਮਿਨਿਸਟਰ ਸੀ। ਉਹਨੂੰ 1.5 ਘੰਟਾ ਬਾਅਦ ਪਤਾ ਲੱਗਾ ਕਿ ਤੁਹਾਡਾ ਜਹਾਜ਼ ਅਗਵਾ ਹੋ ਗਿਆ। ਤੇ ਉਹ ਕਿੱਥੋਂ ਲੱਗਾ? ਇੱਕ TV ਚੈਨਲ ਦੇ ਖਬਰਾਂ ਦਾ ਬੁਲੇਟਿਨ ਸੁਣਦਿਆਂ ਉੱਥੋਂ ਪਤਾ ਲੱਗਾ। ਜਿਹੜੇ ਉਸ ਵਕਤ ਦੇ ਇਸ ਕ੍ਰਾਈਸਿਸ ਮੈਨੇਜਮੈਂਟ ਦੇ ਸੈਕਟਰੀ ਨੂੰ ਦੱਸਿਆ ਗਿਆ, ਉਹਨੇ ਨਾ ਵਾਜਪਾਈ ਨੂੰ ਵੇਲੇ ਸਿਰ ਦੱਸਿਆ, ਕਹਿੰਦਾ ਜੀ ਉਹਨਾਂ ਦੀ ਫਲਾਈਟ ਉੱਡ ਚੁੱਕੀ ਸੀ। ਨਾ ਅਡਵਾਨੀ ਨੂੰ ਦੱਸਿਆ, ਨਾ ਏਜੰਸੀਆਂ ਨੂੰ ਦੱਸਿਆ। ਇਹ ਫਿਰ ਭਾਰਤ ਦੀ ਮੈਨੇਜਮੈਂਟ ਕਿਹੋ ਜਿਹੀ ਸੀ? ਇੱਧਰ ਕਮਜ਼ੋਰੀ ਜੀ। ਅੱਗੋਂ ਵੀ ਉੱਥੇ ਜਾ ਕੇ ਜਿਸ ਤਰ੍ਹਾਂ ਉਹ ਸੌਦਾ ਕੀਤਾ ਗਿਆ, ਉਹਦੇ ਬਾਰੇ ਅੱਜ ਤੱਕ ਕੰਟਰੋਵਰਸੀ ਹੈ। ਕੀਤਾ ਤੇ ਕਿਉਂ ਕੀਤਾ, ਇੰਨੀ ਕਮਜ਼ੋਰੀ ਕਿਉਂ ਵਿਖਾਈ? ਸਾਡੇ ਲੋਕਾਂ ਦੇ ਪੱਧਰ 'ਤੇ ਵੀ ਹੈਰਾਨੀ ਆ ਕਿ ਉਹਨਾਂ ਨੇ ਇੱਕ ਨਵਾਂ ਵਿਆਹਿਆ ਮੁੰਡਾ ਹਨੀਮੂਨ ਤੋਂ ਮੁੜਦਾ ਉਹ ਮਾਰ ਦਿੱਤਾ ਤੇ ਵਾਈਫ ਉਹਦੀ ਚੂੜਾ ਪਾ ਕੇ ਜਹਾਜ਼ 'ਚ ਬੈਠੀ ਰੋਂਦੀ ਆ। ਤੇ ਇਹਦੇ 7 ਦਿਨਾਂ ਦੇ ਦੌਰਾਨ ਇਹਨਾਂ ਪੌਣੇ 200 ਕੈਦੀਆਂ 'ਚੋਂ ਇੱਕ ਬੀਬੀ ਨੇ ਇੱਕ ਇਤਿਹਾਸੇ ਨੇ ਕਹਿਤਾ ਮੇਰਾ ਤੇ ਅੱਜ ਜਨਮ ਦਿਨ ਸੀ। ਤੇ ਉਹਨਾਂ ਲਿਆ ਕੇ ਨਾਲੇ ਥੋੜ੍ਹਾ ਜਿਹਾ ਮਿੱਠਾ ਦੇ ਦਿੱਤਾ, ਨਾਲ ਇੱਕ ਸ਼ਾਲ ਭੇਟ ਕਰ ਦਿੱਤੀ ਤੇ ਸਿਰ 'ਤੇ ਪਿਆਰ ਦੇ ਦਿੱਤਾ। ਜਦੋਂ ਦਿੱਲੀ ਆ ਕੇ ਜਹਾਜ਼ ਉਤਰਿਆ, ਉਹ ਜਿਹੜੀ ਚੂੜੇ ਵਾਲੀ ਰੋਂਦੀ ਹੈ ਜਿਹਦਾ ਪਤੀ ਮਾਰਤਾ, ਉਹਦੇ ਵੱਲ ਸਾਡੇ ਮੀਡੀਆ ਦਾ ਘੱਟ ਤੇ ਸਾਡਾ ਮੀਡੀਆ 8 ਦਿਨ ਇਹੋ ਹੀ ਵਿਖਾਈ ਗਿਆ ਕਿ ਆਹ ਬੀਬੀ ਜਿਹੜੀ ਇਹਦਾ ਜਨਮ ਦਿਨ ਸੀ, ਇਹਨੂੰ ਕੰਧਾਰ ਦੇ ਵਿੱਚ ਤਾਲਿਬਾਨ ਅੱਤਵਾਦੀਆਂ ਨੇ ਆਹ ਸ਼ਾਲ ਭੇਟ ਕੀਤੀ ਹੈ। ਇਹ ਸ਼ਾਲ ਫਲਾਣੇ ਥਾਂ ਦੀ ਬਣੀ, ਇਹ ਇੰਨੀ ਵਧੀਆ, ਇੰਨੀ ਮੁਲਾਇਮ, ਇੰਨੀ ਸ਼ਰਮੀ ਲਾ ਦਿੱਤੀ। ਆਹ ਕੁਝ ਕੀਤਾ ਗਿਆ। ਪਾਕਿਸਤਾਨ ਦਾ ਰੋਲ ਇਹਦੋਂ ਵੀ ਮਾੜਾ ਸੀ। ਜਹਾਜ਼ ਦੇ ਮੁਸਾਫਰਾਂ ਵਾਸਤੇ ਸਾਰਾ ਖਾਣਾ ਰੋਜ਼ ਦਾ ਰੋਜ਼ ਪਾਕਿਸਤਾਨ ਦੇ ਵਿੱਚੋਂ ਜਹਾਜ਼ 'ਤੇ ਜਾਂਦਾ ਰਿਹਾ, ਕਿਉਂਕਿ ਉੱਥੇ ਕੰਧਾਰ ਦੇ ਵਿੱਚ ਕਾਬਲ 'ਚ ਇੱਦਾਂ ਦਾ ਖਾਣਾ ਬਣਾਉਣ ਵਾਲੇ ਕੋਈ ਨਹੀਂ ਸੀ ਜੀ। ਹਵਾਈ ਮੁਸਾਫਰਾਂ ਦਾ ਇੱਥੋਂ ਖਾਣਾ ਜਾਂਦਾ ਰਿਹਾ। ਜਿਹੜੇ ਬੰਦੇ ਛੱਡੇ ਉਹ ਪਾਕਿਸਤਾਨ 'ਚ ਆ ਗਏ।
ਉਹਨਾਂ ਨੂੰ ਆਖਿਆ ਕਿ ਹਾਈਜੈਕਿੰਗ ਦਾ ਕੇਸ ਕਰੋ, ਨਾ ਬੰਦੇ ਤੇ ਮੁਕੱਦਮਾ ਚਲਾਓ, ਨਹੀਂ ਚਲਾਇਆ ਕਦੇ। ਸਾਡਾ ਕੋਈ ਨਹੀਂ, ਜਹਾਜ਼ ਭਾਰਤ ਦਾ ਅਗਵਾ ਹੋਇਆ, ਜਾ ਕੇ ਸਮਝੌਤਾ ਕੰਧਾਰ 'ਚ ਹੋਇਆ, ਬੰਦੇ ਤੋਂ ਉੱਥੇ ਛੱਡਿਆ, ਅਸੀਂ ਕਰਾ ਕੇਸ ਚਲਾਈਏ। ਇੰਟਰਨੈਸ਼ਨਲ ਲਾ ਅਗੇਂਸਟ ਹਾਈਜੈਕਿੰਗ ਇਹ ਕਹਿੰਦਾ ਕਿ ਜਿਹੜੇ ਹਵਾਈ ਅੱਡੇ ਤੋਂ ਜਹਾਜ਼ ਉੱਡਿਆ, ਮੁਕੱਦਮਾ ਉੱਥੇ ਵੀ ਚੱਲ ਸਕਦਾ। ਜਿਹੜੀ ਕੰਪਨੀ ਦਾ ਜਹਾਜ਼ ਆ, ਮੁਕੱਦਮਾ ਉਹਦੇ ਦੇਸ਼ ਵਿੱਚ ਵੀ ਚੱਲ ਸਕਦਾ ਜੀ। ਜਿਹੜੇ ਦੇਸ਼ਾਂ ਦੇ ਮੁਸਾਫਰ ਆ, ਉਹਨਾਂ 'ਚੋਂ ਕਿਸੇ ਦੇਸ਼ ਦੇ ਵਿੱਚ ਵੀ ਮੁਕੱਦਮਾ ਚੱਲ ਸਕਦਾ। ਜਿਹੜੇ ਦੇਸ਼ ਤੋਂ ਉੱਡਦਿਆਂ ਜਾਂਦਿਆਂ ਜਹਾਜ਼ ਅਗਵਾ ਕਰਨ ਦਾ ਐਲਾਨ ਹੋਇਆ, ਉੱਥੇ ਵੀ ਚੱਲ ਸਕਦਾ। ਜਿਹੜੇ ਦੇਸ਼ ਦੇ ਜ਼ਿਆਦਾ ਮੁਸਾਫਰ ਹੋਣ, ਉੱਥੇ ਵੀ ਜਾ ਸਕਦਾ। ਜਿੱਥੇ ਜਾ ਕੇ ਹਾਈਜੈਕਿੰਗ ਤੋਂ ਬਾਅਦ ਜਹਾਜ਼ ਟਿਕਿਆ ਤੇ ਸੌਦੇਬਾਜ਼ੀ ਹੋਈ, ਮੁਕੱਦਮਾ ਉੱਥੇ ਵੀ ਚੱਲ ਸਕਦਾ। ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਬੰਦੇ ਛਡਾਏ ਗਏ ਹੋਣ, ਉਹਦੇ ਨਾਲ ਸੰਬੰਧਿਤ ਬੰਦੇ ਰਿਹਾਈ ਤੋਂ ਬਾਅਦ, ਸੌਦੇਬਾਜ਼ੀ ਤੋਂ ਬਾਅਦ ਜਿਹੜੇ ਦੇਸ਼ ਵਿੱਚ ਦੇਖੇ ਜਾਣ, ਸਭ ਤੋਂ ਵੱਧ ਕਾਰਨ ਉੱਥੇ ਮੁਕੱਦਮਾ ਚੱਲਣ ਦਾ ਬਣਦਾ। ਕਿਉਂਕਿ ਜਿਹੜੀ ਕ੍ਰਾਈਮ ਦੀ ਰਿਪੋਰਟਿੰਗ ਹੈ, ਇਨਵੈਸਟੀਗੇਸ਼ਨ ਜੀ, ਉਹ ਕਹਿੰਦੀ ਜਾਂ ਜਿੱਥੇ ਵਕੂਆ ਹੋਇਆ ਤੇ ਜੇ ਅਗਲੇ ਪਾਸੇ ਚੱਲਦਾ ਗਿਆ, ਇੱਕ ਥਾਂ ਵਾਰਦਾਤ ਕਰਕੇ ਬੰਦੇ ਭੱਜ ਗਏ ਤੇ ਦੂਜੇ ਮਗਰ ਲੱਗੇ ਤੇ ਕਾਤਲ ਦਾ ਪਿੱਛਾ ਕਰਦਿਆਂ ਕਰਦਿਆਂ ਜਾ ਕੇ ਜਿੱਥੇ ਫੜਿਆ ਜਾਂ ਗੋਲੀ ਮਾਰ ਕੇ ਮਾਰਿਆ, ਜਿੱਥੇ ਘਟਨਾਕ੍ਰਮ ਦਾ ਅੰਤ ਹੁੰਦਾ, ਜਾਂ ਜਿੱਥੋਂ ਸ਼ੁਰੂਆਤ ਹੋਈ ਜਾਂ ਜਿੱਥੇ ਜਾ ਕੇ ਅੰਤ ਹੁੰਦਾ, ਇਹ ਦੋ ਥਾਵਾਂ ਇਹੋ ਜਿਹੀਆਂ ਜਿੱਥੇ ਸਭ ਤੋਂ ਵੱਧ ਮੁਕੱਦਮਾ ਬਣਨ ਦੇ ਚਾਂਸ ਹੁੰਦੇ ਆ। ਉਹ ਬੰਦੇ ਸਾਰੇ ਪਾਕਿਸਤਾਨ ਦੇ ਵਿੱਚ ਸੀ, ਉਹਨਾਂ ਤੇ ਮੁਕੱਦਮਾ ਫਿਰ ਚਲਾਇਆ ਕਿਉਂ ਨਹੀਂ? ਇਸ ਕਰਕੇ ਨਹੀਂ ਚਲਾਇਆ ਕਿਉਂਕਿ ਉਹ ਬੰਦੇ ਬਿਨਾਂ ਸ਼ੱਕ ਯੂਐਨ ਨੂੰ ਉਹਨਾਂ ਨੂੰ ਕਹਿੰਦੀ ਹੋਵੇ ਅੱਤਵਾਦੀ ਨੇ। ਪਾਕਿਸਤਾਨ ਦੀ ਸਰਕਾਰ ਕਹਿੰਦੀ ਹੈ ਜੀ ਸਾਡੇ ਅੱਤਵਾਦੀ ਨਹੀਂ, ਉਹ ਜਿਹਾਦੀ ਨੇ। ਜਿਹਾਦੀ ਤੇ ਅੱਤਵਾਦੀ ਦਾ ਜਿਹੜਾ ਫਰਕ ਹੈ, ਉਹਦਾ ਕਰਕੇ ਇਹਨਾਂ ਨੇ ਉਹ ਮੁਕੱਦਮਾ ਨਹੀਂ ਚਲਾਇਆ। ਔਰ ਇਹੋ ਗੱਲ ਸਾਬਤ ਕਰਦੀ ਹੈ ਕਿ ਪਾਕਿਸਤਾਨ ਪੂਰੀ ਤਰ੍ਹਾਂ ਇਸ ਹਾਈਜੈਕਿੰਗ ਦੇ ਵਿੱਚ, ਇਸ ਜਹਾਜ਼ ਦੇ ਅਗਵਾ ਕਾਂਡ ਦੇ ਵਿੱਚ ਸ਼ਾਮਲ ਸੀ। ਇਹਦੀ ਜਿਹੜੀ ਪਲੈਨਿੰਗ ਕੀਤੀ ਗਈ, ਜਿਹੜੀ ਸਾਜ਼ਿਸ਼ ਤਿਆਰ ਕੀਤੀ ਗਈ, ਅਮਲ ਬਿਨਾਂ ਸ਼ੱਕ ਅੱਤਵਾਦੀਆਂ ਨੇ ਕੀਤਾ ਹੋਵੇ ਜੀ, ਪਰ ਪਲੈਨਿੰਗ ਕਿਸੇ ਖੁਫੀਆ ਏਜੰਸੀ ਦੇ ਜਿਹੜੇ ਬਹੁਤ ਵੱਡੇ ਮਾਹਰ ਸੀ, ਉਹਨਾਂ ਨੇ ਕੀਤੀ ਸੀ। ਤੇ ਇੱਕ ਸਰਕਾਰ ਦੀ ਸ਼ਹਿ ਤੋਂ ਬਗੈਰ ਐਡੀ ਦੂਰੋਂ ਜਾ ਕੇ ਨੇਪਾਲ 'ਚੋਂ ਇਹਦੇ ਉੱਤੇ ਅਮਲ ਕਰਕੇ, ਜਹਾਜ਼ ਅਗਵਾ ਕਰਕੇ, 3 ਦੇਸ਼ਾਂ ਦਾ ਚੱਕਰ ਲਗਾ ਕੇ ਚੌਥੇ ਦੇ ਜਾ ਕੇ ਲਾਉਣਾ, ਇਹ ਹੋ ਨਹੀਂ ਸੀ ਸਕਦਾ। ਸਾਰੇ ਸੰਕੇਤ ਕਰਦੇ ਆ ਕਿ ਸਾਜ਼ਿਸ਼ ਪਾਕਿਸਤਾਨ ਦੀ ਸੀ। ਜੀ। ਪੰਨ ਸਾਹਿਬ, ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ। ਜਲੰਧਰ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ ਅਣਮਿੱਥੇ ਸਮੇਂ ਲਈ, ਉਹ ਤਾਂ ਹੋ ਗਿਆ। ਅੱਜ ਤੱਕ ਤਾਂ ਇਹੀ ਸੀਗਾ ਸੜਕਾਂ ਹੈ, ਫਿਰ ਰਾਤੀ ਰੇਲਵੇ ਦਾ ਵੀ ਐਲਾਨ ਕਰਤਾ ਸੀ ਉਹਨਾਂ ਨੇ ਕਿ ਅਸੀਂ ਰੇਲਵੇ ਰੋਕ ਦੇਣੀ ਹੈ। ਹੁਣ ਇਹ ਕਹਾਣੀ ਕਿੱਧਰ ਨੂੰ ਜਾਂਦੀ ਹੈ? ਕਿਉਂਕਿ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਧਰਨਾ, ਤੇ ਦੂਜੇ ਪਾਸੇ ਦਿੱਲੀ ਵੀ ਬੈਠੇ ਆ। ਕੀ ਕਰਨ ਕਿਸਾਨ? ਭੁੱਖੇ ਮਰ ਜਾਣ, ਉਹਨਾਂ ਕੋਲ ਰਾਹ ਕੋਈ ਨਹੀਂ। ਦਿੱਲੀ ਦੀ ਸਰਕਾਰ ਨੇ ਉਹਨਾਂ ਦੇ ਖਿਲਾਫ 3 ਖੇਤੀ ਕਾਨੂੰਨ ਇਹੋ ਜਿਹੇ ਬਣਾ ਦਿੱਤੇ, ਜਿਹੜੇ 3 ਕਾਨੂੰਨ ਲਾਗੂ ਹੋਏ ਤੇ ਜ਼ਮੀਨ ਕਿਸਾਨਾਂ ਦੇ ਕੋਲ ਰਹਿਣੀ ਨਹੀਂ। ਵਲਬਲਾਵਾਂ ਪਾ ਕੇ ਸਾਲ 2 ਸਾਲਾਂ 'ਚ ਉਹਨਾਂ ਤੋਂ ਨਿਕਲ ਜਾਣੀ ਹੈ, ਨੰਗ ਹੋ ਜਾਣਗੇ ਜੀ। ਆੜਤੀਏ ਵੀ ਉਜੜ ਜਾਣਗੇ। ਮੰਡੀਆਂ 'ਚ ਕੰਮ ਕਰਨ ਵਾਲੀ ਲੇਬਰ ਕੱਚੀ ਤੇ ਪੱਕੀ। ਕੱਚੀ ਉਹ ਆ ਜਿਹੜੀ ਕਿਸਾਨਾਂ ਦੀ ਆਈ ਫਸਲ ਨੂੰ ਸਾਂਭਦੀ, ਸੰਭਾਲਦੀ, ਝਾੜਦੀ, ਛਾਣਨਾ ਲਾਉਂਦੀ ਤੇ ਤੋਲਦੀ। ਪੱਕੀ ਉਹ ਆ ਜਿਹੜੀ ਉਹਨੂੰ ਮੁੜ ਕੇ ਚੁੱਕ ਕੇ ਤੇ ਟਰੱਕਾਂ ਤੇ ਚਾੜ ਕੇ ਗੋਦਾਮਾਂ ਵੱਲ ਭੇਜਦੀ ਹੈ। ਉਹ ਲੇਬਰ ਵੀ ਸਾਰੀ ਨੰਗ ਹੋ ਗਈ, ਟਰੱਕਾਂ ਦਾ ਕਾਰੋਬਾਰ ਵੀ ਖਤਮ ਹੋ ਗਿਆ, ਸਾਰਾ ਕੁਝ ਉਧਰੋਂ ਤਬਾਹ ਹੋਣ ਡਿਆ। ਇੱਧਰ ਜਿਹੜੇ ਕਿਸਾਨ ਗੰਨਾ ਬੀਜਦੇ ਆ, ਉਹਨਾਂ ਨੂੰ ਬੜੀ ਆਸ ਹੁੰਦੀ ਹੈ ਕਿ ਮਿੱਲਾਂ ਚੱਲਣਗੀਆਂ, ਪੈਸੇ ਮਿਲਣੇ। ਕਈ ਸਾਲ ਪੈਸੇ ਨਹੀਂ ਮਿਲਦੇ, ਜੇ ਮਿਲਦੇ ਆ ਤਾਂ ਰੇਟ ਘੱਟ ਹੈ। ਹੁਣ ਸਰਕਾਰ ਨੇ 15 ਰੁਪਏ ਕੁਇੰਟਲ ਦਾ ਰੇਟ ਵਧਾ ਕੇ ਊਠ ਦੇ ਮੂੰਹ 'ਚ ਜੀਰਾ ਦਿੱਤਾ। ਜੀ, ਦਿੱਤਾ ਕੀ ਇਹਨਾਂ ਨੂੰ? ਜੇ ਦੇਣਾ ਕੱਖ ਨਹੀਂ ਤੇ ਫਿਰ ਤੰਗ ਆਮਦ, ਬਜੰਗ ਆਮਦ। ਹੋਰ ਜਦੋਂ ਕੋਈ ਰਸਤਾ ਨਹੀਂ ਰਹਿ ਗਿਆ ਤੇ ਕਿਸਾਨਾਂ ਨੇ ਆ ਕੇ ਰੇਲ ਲਾਈਨਾਂ ਵੀ ਰੋਕ ਦਿੱਤੀਆਂ ਨੇ। ਇਹ ਸਰਕਾਰਾਂ ਨੂੰ ਕੁਝ ਨਾ ਕੁਝ ਸੋਚਣਾ ਪਏਗਾ, ਨਹੀਂ ਤੇ ਕਿਸਾਨ ਮਰਦਾ ਕੀ ਨਹੀਂ ਕਰਦਾ ਵੀ ਇਸ ਹਾਲਤ ਵਿੱਚ ਉਹਨਾਂ ਨੂੰ ਇੱਥੇ ਵੀ ਲੜਨਾ ਪੈਣਾ, ਉਹਨਾਂ ਨੂੰ ਦਿੱਲੀ ਵੀ ਲੜਨਾ ਪੈਣਾ, ਉਹਨਾਂ ਨੂੰ ਸੜਕਾਂ ਉੱਤੇ ਵੀ ਲੜਨਾ ਪੈਣਾ, ਉਹਨਾਂ ਨੂੰ ਖੇਤਾਂ 'ਚ ਵੀ ਲੜਨਾ ਪੈਣਾ, ਉਹਨਾਂ ਨੂੰ ਪੈਰ ਤੇ ਲੜਨਾ ਪੈਣਾ। ਕਿਉਂਕਿ ਸਵਾਲ ਇਕੱਲਾ ਉਹਨਾਂ ਦਾ ਨਹੀਂ, ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਵੀ ਹੈ। ਜੀ। ਇਹ ਸਵਾਲ ਬਹੁਤ ਵੱਡਾ। ਦਿੱਲੀ ਦੀ ਗੱਲ ਕੀਤੀ ਹੈ ਤੁਸੀਂ, ਦਿੱਲੀ ਕਮੇਟੀ ਦੀਆਂ ਪੰਨੂ ਸਾਹਿਬ ਚੋਣਾਂ ਵੀ ਹੈ, ਤੇ ਕਿਸ ਤਰ੍ਹਾਂ ਦੇ ਰਹਿ ਸਕਦੀਆਂ ਫਿਰ? ਸਿੱਖਾਂ ਦੀ ਸਭ ਤੋਂ ਵੱਡੀ ਗੁਰਦੁਆਰਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਦੂਸਰੀ ਵੱਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਸ ਕਮੇਟੀ ਦੇ 55 ਮੈਂਬਰ ਹੁੰਦੇ ਆ ਕੁੱਲ, ਜਿਨ੍ਹਾਂ 'ਚੋਂ 46 ਦੀ ਚੋਣ ਹੁੰਦੀ ਆ। 5 ਤਖਤਾਂ ਦੇ ਜਥੇਦਾਰ ਦੇ ਮੈਂਬਰ ਹੁੰਦੇ ਆ। ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਵਿੱਚ ਹੁੰਦਾ। ਜਿਹੜੀਆਂ ਦਿੱਲੀ ਦੀਆਂ ਸਿੰਘ ਸਭਾਵਾਂ ਨੇ, ਉਹਨਾਂ ਦੇ ਸਾਰੇ ਪ੍ਰਧਾਨਾਂ ਦੇ ਨਾਂ ਪਾ ਕੇ ਉਹ 'ਚੋਂ ਲਾਟਰੀ ਕੱਢੀ ਜਾਂਦੀ ਹੈ ਤੇ 2 ਜਣੇ ਉਹ ਮੈਂਬਰ ਬਣਾਏ ਜਾਂਦੇ ਆ। ਇੱਦਾਂ ਕਰਕੇ ਇਹ 55 ਦੀ ਕਮੇਟੀ ਬਣਦੀ ਹੈ। ਉਹਦੇ ਵਾਸਤੇ ਚੋਣਾਂ ਤੇ ਹੋ ਜਾਣੀਆਂ ਸੀ ਫਰਵਰੀ 'ਚ,
ਉਦੋਂ ਫਿਰ ਫਰਵਰੀ ਮਾਰਚ ਦੇ ਵਿੱਚ ਕੋਵਿਡ ਦਾ ਚੱਕਰ ਚੱਲ ਪਿਆ ਤੇ ਚੋਣਾਂ ਰੋਕਣੀਆਂ ਪਈਆਂ ਸੀ। ਜੀ। ਦਿੱਲੀ ਗੁਰਦੁਆਰਾ ਕਮਿਸ਼ਨ ਨੇ ਪੂਰੀ ਤਿਆਰੀ ਰੱਖੀ ਤੇ ਹੁਣ ਜਦੋਂ ਮੌਕਾ ਮਿਲਿਆ ਉਹ ਚੋਣਾਂ ਕਰਾਉਂਦੇ ਪਏ। ਰੱਖੜੀ ਵਾਲੇ ਦਿਨ ਚੋਣਾਂ ਹੋਣਗੀਆਂ 22 ਤਰੀਕ ਨੂੰ। 25 ਤਰੀਕ ਨੂੰ ਜਾ ਕੇ ਇਹਨਾਂ ਨਤੀਜੇ ਨਿਕਲਣਗੇ। ਧਿਰਾਂ ਉੱਥੇ ਮੁੱਖ ਤੌਰ ਤੇ 3 ਹੈ। ਇੱਕ ਤਾਂ ਬਾਦਲ ਅਕਾਲੀ ਦਲ ਦੀ, ਜਿਨ੍ਹਾਂ ਦਾ ਲੀਡਰ ਮਨਜਿੰਦਰ ਸਿੰਘ ਸਿਰਸਾ ਉਹ ਇਸ ਵੇਲੇ ਵੀ ਪ੍ਰਧਾਨ ਹੈ। ਦੂਸਰੀ ਧਿਰ 2 ਸਾਬਕਾ ਪ੍ਰਧਾਨ ਨੇ, ਦੋਵੇਂ ਸਕੇ ਭਰਾ ਵੀ ਨੇ, ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ। ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਉਹ ਆ। ਤੀਸਰਾ ਪਹਿਲਾਂ ਬਾਦਲ ਗਰੁੱਪ ਨਾਲ ਹੁੰਦਾ ਸੀ, ਅੱਜ ਕੱਲ੍ਹ ਉਹਨਾਂ ਤੋਂ ਵੱਖਰਾ ਦਿੱਲੀ ਦਾ ਸਿੱਖ ਲੀਡਰ ਹੈ ਮਨਜੀਤ ਸਿੰਘ ਜੀਕੇ ਨੂੰ ਇਸ ਕਰਕੇ ਕਹਿੰਦੇ ਆ ਕਿ ਗ੍ਰੇਟਰ ਕੈਲਾਸ਼ ਇਲਾਕੇ 'ਚੋਂ। ਮਨਜੀਤ ਸਿੰਘ ਜੀਕੇ ਵੀ ਇਸ ਕਮੇਟੀ ਦਾ ਪ੍ਰਧਾਨ ਰਹਿ ਚੁੱਕਾ। ਉਹਨੇ ਇੱਕ ਜਾਗੋ ਪਾਰਟੀ ਬਣਾਈ ਹੈ। ਜਾਗੋ ਦਾ ਮਤਲਬ ਤੇ ਕਾਫੀ ਲੰਮਾ, ਮੈਂ ਉਹਦੀ ਸਾਰੀ ਜਿਹੜੀ ਫੁੱਲ ਫਾਰਮ ਵਿੱਚ ਨਹੀਂ ਜਾਂਦਾ। ਉਹ ਪਾਰਟੀ ਵੀ ਚੋਣਾਂ ਲੜ ਰਹੀ ਹੈ। ਇਹ ਤਿੰਨੇ ਤਰ੍ਹਾਂ ਆਪੋ 'ਚ ਪੂਰਾ ਲੜ ਰਹੀਆਂ ਨੇ ਔਰ ਦੋਸ਼ ਇਸ ਤਰ੍ਹਾਂ ਦੇ ਲੱਗਦੇ ਆ, ਜਿਹੜੇ ਦੋਸ਼ਾਂ ਦੇ ਵਿੱਚੋਂ ਸਭ ਤੋਂ ਵੱਡਾ ਦੋਸ਼ ਇਹ ਆ, ਫਲਾਨਾ ਖਾ ਗਿਆ, ਫਲਾਨਾ ਖਾ ਗਿਆ, ਖਾ ਗਿਆ, ਖਾ ਗਿਆ, ਖਾ ਗਿਆ। ਕੀ ਖਾ ਗਿਆ? ਗੁਰੂ ਕੀ ਗੋਲਕ ਨੂੰ ਚੱਟ ਰਿਹਾ। ਹੁਣ ਭਾਵੇਂ ਅੰਮ੍ਰਿਤਸਰ ਦੀ ਕਮੇਟੀ ਲੈ ਲਓ, ਭਾਵੇਂ ਪਟਨਾ ਸਾਹਿਬ ਨੂੰ ਤੁਰ ਪਓ, ਭਾਵੇਂ ਦੋਵਾਂ ਦੇ ਵਿਚਾਲੇ ਦਿੱਲੀ ਜਾਂ ਕਿਸੇ ਹੋਰ ਥਾਂ ਚੱਲ ਜਾਓ, ਜਿੰਨੀਆਂ ਕੁ ਥਾਵਾਂ ਨੇ, ਸਿੱਖਾਂ ਦੇ ਲੀਡਰ ਅੱਜ ਕੱਲ੍ਹ ਬਹੁਤਾ ਕਰਕੇ ਇਹੋ ਜਿਹੇ ਆ ਜਿਨ੍ਹਾਂ ਦੀ ਗੁਰੂ ਵੱਲ ਪਿੱਠ ਹੈ, ਗੋਲਕਾਂ ਵੱਲ ਮੂੰਹ ਹੈ। ਇਸ ਕਰਕੇ ਖਾ ਗਿਆ, ਖਾ ਗਿਆ, ਖਾ ਗਿਆ। ਇਹ ਸਭ ਥਾਵਾਂ 'ਤੇ ਹੁੰਦੀ ਹੈ। ਦਿੱਲੀ ਗੁਰਦੁਆਰਾ ਕਮੇਟੀ 'ਚ ਵੀ ਹੁੰਦੀ ਹੈ। ਇਹਨਾਂ 'ਚੋਂ ਹਰ ਕੋਈ ਆਪਣੇ ਐਬ ਲੁਕਾਉਂਦਾ ਤੇ ਦੂਜਿਆਂ ਦਾ ਰੌਲਾ ਪਾਉਂਦਾ। ਭੜਕਦੀਆਂ ਚੋਣਾਂ ਵਿੱਚ ਵੀ ਹੋਰ ਕੋਈ ਮੁੱਦੇ ਨਹੀਂ, ਮੁੱਦਾ ਇੱਕੋ ਹੈ, ਖਾ ਗਿਆ, ਖਾ ਗਿਆ, ਖਾ ਗਿਆ। ਦੇਖਦੇ ਆਪਾਂ ਨੂੰ ਸਭ ਚੋਣਾਂ ਤੋਂ ਬਾਅਦ ਕਿਸ ਤਰ੍ਹਾਂ ਦੇ ਨਤੀਜੇ ਰਹਿੰਦੇ, ਪਰ ਤੁਸੀਂ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਹੁਣ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।